न इधर की न्यूज़ 18 पंजाब के खास प्रोग्राम नेता जी गेड़ी के ਤੁਹਾਡਾ स्वागत है। मैं ਹਾਂ पंकज कपाही और अज ਅਸੀਂ खन्ने च मौजूद हाँ। एशिया की सब तो वड्डी मंडी के विधायक साहब ਨੂੰ अपनी ਗੱਡੀ ਦੇ ਉੱਤੇ खास झंडी का शौक है और ये मसला उन्होंने विधान सभा ਦੇ ਵਿੱਚ भी चुक्या ਤਾਂ खन्ने ਦੇ की मुद्दे ने और खन्ना मंडी ਦੇ ਵਿੱਚ किसान की सोचते हैं, आड़ती की सोचते हैं और नाल ही नाल उत्थे लेबर की सोचती है। ये सारी गलबात जिहड़ी है विधायक साहब के नाल गेड़ी ते जाके करांगे तो की विधायक साहब अपनी गड्डी छड्ड के साडे नाल इस गेड़ी ते नाल चलणगे और विधायक साहब 2022 नूं लैके इस वेले की सोच रहे हैं, सारी गलबात विधायक साहब नाल नेता जी गेड़ी दे विच करांगे। सत श्री अकाल विधायक जी, की हाल है? सत श्री अकाल जी। विधायक जी अज तुहाडे खन्ने आए हुए हैं, तुसी साडे नाल खास तौर ते बुलेट ते गेड़ी ला सकते हो? हाँ बिल्कुल चलो। इतराज तो नहीं किसी गल दा? ना ना चलो बिल्कुल चलो। तुसी खास तौर ते कह रहे सीगे कि गड्डी ते एक खास तरह की झंडी होनी चाहिए विधायक साहब ते, लग गई कि नहीं? झंडी जिहड़ी आ ये लोकां दी हुंदी है, दूसरियां झंडियां तां टैंपरेरी ने, लोकां दी झंडी बरकरार रहनी चाहिए। तो अज खन्ना दिखाओगे अपना कि किन्ने डिवेलपमेंट के काम किए, क्योंकि अगले साल चोणां आ रही हैं। खन्ना घुमावांगे, दिखावांगे कि डिवेलपमेंट चल रही है, 4 साल साडी सरकार ने की कीता, लोकां नूं किन्नियां सहूलतां दित्तियां ने, ये सारा तुहानूं दिखावांगे। बिना सिक्योरिटी तो नाल बैठोगे, लोकी परेशान तो नहीं करेंगे? नहीं नहीं बिल्कुल कोई ऐसी आओ फिर चलिए गेड़ी ते चलते हैं। ਤਾਂ ਵਿਧਾਇਕ ਸਾਹਿਬ ਨਾਲ ਖੰਨੇ ਦੇ ਵਿੱਚ ਗੇੜੀ ਮਾਰਾਂਗੇ, ਦੇਖਾਂਗੇ ਕਿ 4 ਸਾਲਾਂ 'ਚ ਇਹਨਾਂ ਨੇ ਕਿੰਨੇ ਕੁ ਕੰਮ ਕੀਤੇ ਔਰ ਕਿਉਂਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਤਾਂ ਖੰਨੇ ਮੰਡੀ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਇੱਥੋਂ ਦੇ ਹਾਲਾਤ ਵੀ ਦੇਖਾਂਗੇ ਔਰ ਕਿਉਂਕਿ ਸਭ ਤੋਂ ਵੱਡਾ ਮੁੱਦਾ ਜਿਹੜਾ ਵਾ ਉਹ ਕਿਸਾਨੀ ਦਾ ਤਾਂ ਜਿਹੇ 'ਚ ਕਿਸਾਨ ਔਰ ਆੜਤੀ ਕੀ ਸੋਚ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਨੇਤਾ ਜੀ ਦੇ ਨਾਲ ਖੰਨੇ ਦੀ ਗੇੜੀ ਵੀ ਲਾਉਂਗੇ। ਐਮਐਲਏ ਸਾਹਿਬ, ਤੁਹਾਨੂੰ ਕਿਉਂ ਲੱਗਦਾ ਹੈ ਕਿ ਵਿਧਾਇਕਾਂ ਨੂੰ ਖਾਸ ਤਰੀਕੇ ਦੀ ਟ੍ਰੀਟਮੈਂਟ ਹੋਣੀ ਚਾਹੀਦੀ ਹੈ, ਗੱਡੀ ਦੇ ਉੱਤੇ ਝੰਡੀ ਲੱਗੀ ਹੋਣੀ ਚਾਹੀਦੀ ਹੈ, ਕਿਉਂ ਲੱਗਦਾ? ਤੁਸੀਂ ਮੇਰੇ ਨਾਲ ਨੋਰਮਲ ਜਾ ਰਹੇ ਹੋ। देखो एमएलए ਦੇ ਵੀ ਇੱਕ ਸੰਵਿਧਾਨਿਕ ਅਹੁਦਾ ਔਰ ਮਾਨ ਮਰਿਆਦਾ ਜਿਹੜੀ ਹੈ ਉਹ ਬਣੀ ਰਹਿਣੀ ਚਾਹੀਦੀ ਹੈ। ਤੋ ਕਿਉਂਕਿ ਹਰਿਆਣੇ ਦੇ ਵਿੱਚ ਹਰਿਆਣਾ ਵਿਧਾਨ ਸਭਾ ਨੇ ਇਹ ਅਡਾਪਟ ਕੀਤਾ ਸੀਗਾ, ਅੱਜ ਤੁਸੀਂ ਦੇਖੋ ਉਹਨਾਂ ਦੇ ਹਰ ਵਿਧਾਇਕ ਦੀ ਗੱਡੀ ਤੇ ਇੱਕ ਵੱਖਰੇ ਤੌਰ ਦੀ ਝੰਡੀ ਹੈ, ਕਿਉਂਕਿ ਜਿਵੇਂ ਕਹਿ ਲਈਏ ਆਪਾਂ ਪ੍ਰਮੁੱਖ ਸਕੱਤਰ ਜਾਂ ਮੁੱਖ ਸਕੱਤਰ ਦੀ ਆਪਣੀ ਝੰਡੀ ਹੈ, ਉਹਨਾਂ ਦਾ ਫਲੈਗ ਆਪਣੇ ਤਰੀਕੇ ਦਾ ਹੁੰਦਾ, ਜ਼ਿਲ੍ਹਿਆਂ ਦੇ ਵਿੱਚ ਡੀਸੀ ਨੇ, ਐਸਐਸਪੀ ਨੇ, ਉਹਨਾਂ ਦੇ ਆਪਣੇ ਫਲੈਗ ਨੇ। ਸੋ ਇਹ ਜਿਹੜੀ ਫਲੈਗ ਦੀ ਪ੍ਰਥਾ ਹੈਗੀ ਆ ਇਹ ਅੱਜ ਦੀ ਨਹੀਂ, ਬੜੀ ਪੁਰਾਣੀ ਚਲੀ ਆ ਰਹੀ ਹੈ। ਲੇਕਿਨ ਮੁੱਖ ਮੰਤਰੀ ਨੇ ਵੀਆਈਪੀ ਕਲਚਰ ਖਤਮ ਕੀਤਾ ਸੀ, ਉਹਨਾਂ ਨੇ ਕਿਹਾ ਸੀ ਕੋਈ ਬੱਤੀ ਨਹੀਂ ਲੱਗਣੀ ਚਾਹੀਦੀ ਗੱਡੀ ਦੇ ਉੱਤੇ ਔਰ ਕਿਸੇ ਵੀ ਤਰੀਕੇ ਦਾ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਹੋਣਾ ਚਾਹੀਦਾ ਕਿ 2-2 ਗੱਡੀਆਂ ਅੱਗੇ ਜਾ ਰਹੀਆਂ, 2-2 ਪਿੱਛੇ ਜਾ ਰਹੀਆਂ, ਆਮ ਲੋਕਾਂ ਵਾਂਗੂ ਹੋਣਾ ਚਾਹੀਦਾ। ਨਹੀਂ ਝੰਡੀ ਦਾ ਵੱਖਰਾ ਕੰਮ ਆ, ਝੰਡੀ ਵੀਆਈਪੀ ਕਲਚਰ 'ਚ ਨਹੀਂ ਆਉਂਦੀ। ਝੰਡੀ ਇੱਕ ਅਲੱਗਾ ਸਿਸਟਮ ਹੈ, ਕਿਉਂਕਿ ਜਿਹੜਾ ਮਿਨਿਸਟਰ ਹੁੰਦਾ ਉਹਦੇ ਤੇ ਰਾਸ਼ਟਰੀ ਜਿਹੜਾ ਫਲੈਗ ਆ ਉਹ ਲੱਗਦਾ, ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਜਿੰਨੇ ਵੀ ਚਾਹੇ ਉਹ ਹਾਈ ਕੋਰਟ ਆਨਰੇਬਲ ਜੱਜਿਸ ਨੇ ਜਾਂ ਸੁਪਰੀਮ ਕੋਰਟ ਦੇ ਜੱਜਿਸ ਨੇ ਉਹਨਾਂ ਦੇ ਵੀ ਫਲੈਗ ਲੱਗਦਾ। ਸੋ ਇਸੇ ਤਰ੍ਹਾਂ ਹਰਿਆਣਾ ਨੇ ਕਿਉਂਕਿ ਅਡਾਪਟ ਕਰ ਲਿਆ ਸੀਗਾ ਤੇ ਅਸੀਂ ਤਾਂ ਮੰਗ ਜਿਹੜੀ ਹੈ ਦੁਬਾਰਾ ਦੁਹਰਾਈ ਆ, ਤਾਂ ਹੀ ਮੰਗ ਕਰ ਰਹੇ। ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਇਹ ਅਨਾਜ ਮੰਡੀ, ਇਹ ਠੀਕ ਹੈ? ਇੱਥੇ ਪੂਰਾ ਇੰਤਜ਼ਾਮ ਹੈ, ਸਫਾਈ ਸਫੂਈ ਦਾ ਇੰਤਜ਼ਾਮ ਹੈ? ਦੇਖੋ ਕਿਉਂਕਿ ਇੱਥੇ ਇਹ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਔਰ ਤਕਰੀਬਨ ਪੂਰੇ ਸਾਲ ਹੀ ਇੱਥੇ ਕੋਈ ਨਾ ਕੋਈ ਫਸਲ ਜਿਹੜੀ ਆ ਉਹ ਆਉਂਦੀ ਰਹਿੰਦੀ ਆ ਤੇ ਹਾਲਾਂਕਿ ਅਸੀਂ ਸਾਡੀ ਸਰਕਾਰ ਨੇ ਮੰਡੀ ਦਾ ਇਨਫਰਾਸਟ੍ਰਕਚਰ ਨੂੰ ਬਿਲਡ ਕਰਨ ਲਈ ਕਰੋੜਾਂ ਰੁਪਏ ਅਸੀਂ ਖਰਚ ਕੀਤੇ ਨੇ। ਆ ਰੋਡਸ ਦਾ ਜਿਹੜਾ ਵਾ ਪਿਛਲੇ 10 ਸਾਲ ਬੜਾ ਬੁਰਾ ਹਾਲ ਸੀਗਾ, ਅਸੀਂ ਰੋਡ ਨੈਟਵਰਕ ਠੀਕ ਕੀਤਾ। ਮੰਡੀਆਂ ਦੇ ਵਿੱਚ ਜੋ ਫੜ ਬਣਨ ਵਾਲੇ ਸੀਗੇ, ਕੋਈ ਕੱਚੇ ਸੀਗੇ, ਉਹਨਾਂ ਤੇ ਅਸੀਂ ਪੱਕਾ ਕੀਤਾ ਔਰ ਹਰ ਸੰਭਵ ਜਿਹੜੀ ਸਹੂਲਤ ਆ ਮੰਡੀ 'ਚ ਹੋਣੀ ਚਾਹੀਦੀ ਆ ਉਹ ਦੇਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੂੰ ਪੁੱਛ ਲਈਏ, ਲੋਕਾਂ ਨਾਲ ਗੱਲ ਕਰ ਲਈਏ, ਇੱਥੋਂ ਦੇ ਜਿਹੜੇ ਇੱਥੇ ਆੜਤੀ ਵੀ ਹੋਣੇ ਆ, ਕਿਸਾਨ ਵੀ ਹੋਣੇ ਆ, ਕਿ 4 ਸਾਲਾਂ 'ਚ ਤੁਸੀਂ ਕੁਝ ਕੀਤਾ ਵੀ ਹੈ ਜਾਂ ਸਿਰਫ ਗੱਲਾਂ ਹੀ ਕੀਤੀਆਂ? ਨਹੀਂ ਬਿਲਕੁਲ ਪੁੱਛ ਲੈਂਦੇ ਆ ਸਾਰੇ ਆਪਾਂ ਲੋਕਾਂ ਨੂੰ ਪੁੱਛੋ, ਸਰਕਾਰ ਦਾ ਵੀ ਪੁੱਛ ਲੈਂਦੇ ਆ ਕਿ ਜਿਹੜੀਆਂ ਗੱਲਾਂ ਇਹ ਕੇਂਦਰ ਸਰਕਾਰ ਵੱਲੋਂ ਕੀਤੀਆਂ ਗਈਆਂ। ਤੁਹਾਡੇ ਵਿਧਾਇਕ ਤੁਹਾਡੇ ਕੋਲ ਲੈ ਆਇਆ ਵਾਂ ਸਿੱਧਾ ਬਿਨਾਂ ਵੀਆਈਪੀ ਗੱਡੀ ਤੋਂ ਔਰ ਬਿਨਾਂ ਇਹ ਝੰਡੀ ਵਾਲੀ ਗੱਡੀ ਵੀ ਮੰਗਦੇ ਸੀਗੇ। ਝੰਡੀ ਵਾਲੀ ਗੱਡੀ ਦੀ ਜ਼ਰੂਰਤ ਹੈ?
ਜਾਂ ਤੁਹਾਨੂੰ ਲੱਗਦਾ ਹੈ ਕਿ ਲੋਕਾਂ 'ਚ ਇਦਾਂ ਹੀ ਵਿਚਰਨਾ ਚਾਹੀਦਾ? ਸਰ ਇਹ ਅੱਗੇ ਵੀ ਇਦਾਂ ਹੀ ਵਿਚਰਦੇ ਨੇ, ਇਹੋ ਜਿਹੀ ਕੋਈ ਗੱਲ ਨਹੀਂ, ਬੜੇ ਡਾਊਨ ਟੂ ਅਰਥ ਐਮਐਲਏ ਆ ਸਾਡੇ। ਇਹ ਮੂੰਹ ਤੇ ਤਾਰੀਫ ਕਰ ਰਹੇ ਹੋ ਜਾਂ ਕਿਵੇਂ, ਸੱਚੀ ਹੈ? ਨਹੀਂ ਸੱਚੀ ਹੈ ਜੀ, ਸੱਚੀ ਹੈ। ਤਾਂ ਇਹ ਦੱਸੋ ਕਿ ਸਭ ਤੋਂ ਵੱਡੀ, ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ 'ਚ ਮੈਂ ਇੱਥੇ ਖੜਾ ਵਾਂ, ਜਿਹੜੇ ਸਰਕਾਰ 3 ਕਾਨੂੰਨ ਲੈ ਕੇ ਆ ਰਹੀ ਹੈ, ਤੁਸੀਂ ਆੜਤੀਏ ਹੋ, ਤੁਸੀਂ ਕਿਸਾਨ ਹੋ, ਕੀ ਹੋ? ਮੁਨੀਮ ਹੋ। ਤੇ ਜਿਹੜੇ ਨਵੇਂ ਕਾਨੂੰਨ ਆ ਰਹੇ ਆ, ਮੁਨੀਮ ਕਿਵੇਂ ਦੇਖ ਰਹੇ ਹੋ ਉਹਨਾਂ ਨੂੰ? ਸਰ ਜਿਹੜੀ 3 ਕਾਨੂੰਨ ਸਰਕਾਰ ਲੈ ਕੇ ਆ ਰਹੀ ਹੈ ਉਹ ਸਾਡੇ ਸਾਰੇ ਹੀ ਪੂਰੀ ਮੰਡੀ ਵਾਸਤੇ, ਕਿਸਾਨਾਂ ਵਾਸਤੇ ਬਹੁਤ ਹੀ ਘਾਤਕ ਨੇ। ਮੁਨੀਮਾਂ ਨੂੰ ਕੀ ਨੁਕਸਾਨ ਹੋਏਗਾ? ਮੁਨੀਮਾਂ ਨੂੰ ਕੀ ਲੱਗਦਾ ਹੈ ਕਿ ਸਾਨੂੰ ਇਸ ਚੀਜ਼ ਦਾ ਨੁਕਸਾਨ ਹੋਏਗਾ? ਜਦੋਂ ਸਰ ਕਿਸਾਨ ਹੀ ਨਹੀਂ ਰਹੂਗਾ, ਡਾਇਰੈਕਟ ਮੰਡੀਆਂ 'ਚ ਨਹੀਂ ਆਣਗੇ ਤਾਂ ਸਾਡੇ ਭਰਾ ਕਿੱਥੇ ਜਾਣਗੇ? ਤੁਸੀਂ ਵੀ ਵਿਰੋਧ ਕਰ ਰਹੇ ਹੋ ਨਾਲ? ਕਿਉਂ ਨਹੀਂ ਵਿਰੋਧ ਕਰਾਂਗੇ? ਕਿਉਂ ਨਹੀਂ ਕਰਨਾ ਚਾਹੀਦਾ? ਤੁਸੀਂ ਦੱਸੋ, ਜੇ ਤੁਹਾਡੇ ਰੋਜੀ ਰੋਟੀ ਦੇ ਉੱਤੇ ਅੱਖ ਹੋਵੇ ਕਿਸੇ ਦੀ, ਸਰ ਇੰਨੀ ਨਾਰਮਲ ਕਿਸੇ ਵੀ ਲਾਈਨ 'ਚ ਸਰਕਾਰ ਦੀ ਇਨਵੋਲਵਮੈਂਟ ਹੈ? ਪੰਜਾਬ ਸਰਕਾਰ ਨਾਲ ਖੜੇ ਹੋਣ ਦਾ ਦਾਅਵਾ ਹੀ ਕਰਦੀ ਹੈ ਜਾਂ ਸੱਚੀ ਨਾਲ ਸਪੋਰਟ ਵੀ ਕਰ ਰਹੀ ਹੈ? ਸਰ ਸਪੋਰਟ ਉਹ ਆਪਣੀ ਕੋਸ਼ਿਸ਼ ਕਰ ਰਹੇ ਨੇ, ਪਰ ਲੇਕਿਨ ਇਸ ਤਰ੍ਹਾਂ ਇਹ ਗੱਲ ਕਹਿੰਦੇ ਨਾ, ਜਿੰਨੀ ਇਹਨਾਂ ਕੋਲ ਪਾਵਰ ਹੈਗੀ ਆ ਉਹਨੀ ਯੂਜ਼ ਕਰੋ। ਹਾਂ, ਪਹਿਲਾਂ ਵਿਧਾਇਕ ਸਾਹਿਬ ਯੂਜ਼ ਕਰ ਰਹੇ ਹੋ ਤੁਸੀਂ? ਪਹਿਲਾਂ ਆਪਣਾ ਘਰ ਬਚਾਉਣਾ ਚਾਹੀਦਾ। ਵਿਧਾਨ ਸਭਾ ਵਿੱਚ ਵੀ ਕਾਨੂੰਨ ਰੱਦ ਕੀਤੇ ਨੇ ਔਰ ਪੂਰੀ ਠੋਕ ਕੇ ਕਾਂਗਰਸ ਪਾਰਟੀ ਨੇ ਆਪਣੀ ਆਵਾਜ਼ ਜਿਹੜੀ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਬੁਲੰਦ ਕੀਤੀ ਹੈ ਔਰ ਅਸੀਂ ਆਪਣੇ ਆੜਤੀ ਭਰਾ ਕਿਸਾਨਾਂ ਨਾਲ, ਮਜ਼ਦੂਰਾਂ ਨਾਲ ਔਰ ਮੁਨੀਮ ਜਿਹੜੇ ਨੇ, ਕਿਉਂਕਿ ਦੇਖੋ ਇਹ ਬਹੁਤ ਵੱਡੀ ਇੰਡਸਟਰੀ ਖਾਸ ਕਰਕੇ ਪੰਜਾਬ ਦੇ ਵਿੱਚ ਰੋਜ਼ੀ ਰੋਟੀ ਦਿੰਦੀ ਹੈ ਹਰ ਆਮ ਆਦਮੀ ਨੂੰ। ਤੋ ਇਸ ਕਰਕੇ ਅੱਜ ਇਹ ਕਾਲੇ ਕਾਨੂੰਨ ਜਿਹੜੇ ਨੇ ਉਹ ਰੋਜ਼ੀ ਰੋਟੀ ਖੋਣ ਦੇ ਬਰਾਬਰ ਨੇ। ਤੋ ਇਸ ਕਰਕੇ ਅੱਜ ਹਰ ਅੱਛਾ, ਵਿਧਾਇਕ ਸਾਹਿਬ ਤੁਹਾਡੇ ਕੋਲ ਲੈ ਆਇਆ ਵਾਂ, ਅਗਰ ਕੋਈ ਮੰਗ ਹੈ ਦੱਸੋ ਇਹਨਾਂ ਨੂੰ ਕਿ ਆਹ ਮੰਗ ਹੈ ਔਰ ਆਹ ਪੂਰੀ ਕਰੋ, ਠੋਕ ਕੇ ਦੱਸੋ ਤੁਸੀਂ। ਸਰ ਇੱਕ ਸਾਡੀ ਬੜੀ ਨਾ ਛੋਟੀ ਆਯੁਸ਼ਮਾਨ ਯੋਜਨਾ ਚੱਲਦੀ ਹੈ, ਹਰ ਇੱਕ ਵਰਗ ਨੂੰ ਕਵਰ ਕਰਨ ਦਾ ਸ਼ਾਇਦ ਮੈਨੂੰ ਲੱਗਦਾ ਸੈਂਟਰ ਗਵਰਨਮੈਂਟ ਦਾ ਜਾਂ ਆਪਣੀ ਸਰਕਾਰਾਂ ਦਾ ਉਪਰਾਲਾ ਹੋਊਗਾ। ਭਾਰਤੀ ਕਵਰ ਹੋਊਗਾ ਨਾ, ਇਹ ਆਪਾਂ ਲੋਕ ਤਾਂ ਹੋਈ ਨਹੀਂ ਕਵਰ। ਵਾਅਦਾ ਕਰਦੇ ਹੋ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੋ। ਕੰਮ ਕਰਨ ਤੋਂ ਲੋਕਾਂ ਨੂੰ। ਆਯੁਸ਼ਮਾਨ ਯੋਜਨਾ ਜਿਹੜੀ ਆ ਉਹਦੇ 'ਚ ਅਸੀਂ 5 ਲੱਖ ਦਾ ਬੀਮਾ ਜਿਹੜਾ ਹਰ ਪਰਿਵਾਰ ਦਾ ਕਰਦੇ ਆ। ਉਹਦੇ 'ਚ ਗਾਈਡਲਾਈਨਸ ਨੇ, ਅਗਰ ਗਾਈਡਲਾਈਨਸ ਦੇ ਵਿੱਚ ਕੋਈ ਨਹੀਂ ਆਉਂਦਾ ਤਾਂ ਮੈਂ ਜ਼ਰੂਰ ਟੇਕ ਅਪ ਕਰੂੰਗਾ ਗਵਰਨਮੈਂਟ ਲੈਵਲ ਤੇ ਵੀ ਔਰ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ। ਤਾਂ ਵਿਧਾਇਕ ਸਾਹਿਬ ਨੂੰ ਲੈ ਕੇ ਆਏ ਹੋਏ ਆ, ਅੱਗੇ ਵੀ ਹੋਰ ਗੱਲ ਕਰਾਂਗੇ। ਸ਼ਿਕਾਇਤਾਂ ਤੁਸੀਂ ਸੁਣੀ ਜੋ ਔਰ ਵਾਅਦੇ ਕਰਦੇ ਰਹੋ ਕਿ ਪੂਰੇ ਕਰਨੇ ਆ ਜਾਂ ਨਹੀਂ ਕਰਨੇ, ਕਿਉਂਕਿ ਵੋਟਾਂ ਇਹਨਾਂ ਨੇ ਹੀ ਪਾਣੀਆਂ। ਬਹੁਤ ਇਹ ਭਰਾ ਸਾਡੇ ਮਾਣ ਹੈ, ਤੁਸੀਂ ਸਾਡੇ ਲਈ ਬੈਠ ਕਰੋ। ਤਾਂ ਲੋਕ ਜਿਹੜੇ ਨੇ ਹੁਣ ਸਿੱਧੀਆਂ ਗੱਲਾਂ ਕਰਦੇ ਨੇ, ਲੋਕ ਕਹਿੰਦੇ ਨੇ ਕਿ ਕੰਮ ਕਰੋ ਔਰ ਆਹ ਚੀਜ਼ਾਂ ਜਿਹੜੀਆਂ ਪੂਰੀਆਂ ਕਰੋ। ਇਹ ਦਿਹਾੜੀ ਵਾਲੇ ਨੇ, ਕੌਣ ਨੇ? ਤੁਸੀਂ ਇੱਥੇ ਦਿਹਾੜੀ ਕਰਦੇ ਹੋ? ਹਾਂ ਸਰ। ਤੇ ਕਿਵੇਂ ਇੱਥੇ ਕਿੰਨਾ ਕੁ ਫਰਕ ਨਜ਼ਰ ਆਇਆ ਪਿਛਲੇ 4-5 ਸਾਲਾਂ 'ਚ? ਕਿਵੇਂ ਤੁਹਾਡੇ ਉੱਤੇ ਧਿਆਨ ਦਿੰਦੀਆਂ ਸਰਕਾਰਾਂ? ਸਰ ਗੱਲ ਇਸ ਤਰ੍ਹਾਂ ਹੈ, ਸਾਨੂੰ ਲਗਭਗ ਇਸ ਮੰਡੀਆਂ ਦੇ ਨਾਲ ਜੁੜਿਆਂ ਨੂੰ 40-50 ਸਾਲ ਹੋ ਗਏ। ਸਮੇਂ ਦੇ ਸਰਕਾਰਾਂ ਆਉਂਦੀਆਂ ਜਾਂਦੀਆਂ, ਬਦਲੀ ਜਾਂਦੀਆਂ ਨੇ, ਕਿਸੇ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਮਜ਼ਦੂਰਾਂ ਦੇ ਪ੍ਰਤੀ। ਤੁਹਾਡੀਆਂ ਅਗਰ 2 ਮੰਗਾਂ ਕਵਾਂ ਵਿਧਾਇਕ ਸਾਹਿਬ ਸਾਹਮਣੇ ਨੇ। ਠੀਕ ਹੈ ਸਰ। ਹਾਂ ਸਾਡੀਆਂ ਜੀ, ਹਾਂ, ਸਾਡੀ ਜਿਹੜੀ ਪਹਿਲੀ ਮੰਗ ਇਹ ਹੈ, ਜਿਹੜੇ ਸਾਡੇ ਮਜ਼ਦੂਰ ਮੰਡੀਆਂ ਦੇ ਵਿੱਚ ਟੋਟਲ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ, ਇਹ ਲਗਭਗ 7 ਤੋਂ 8 ਲੱਖ ਮਜ਼ਦੂਰ ਹੈ ਪੰਜਾਬ ਮੰਡੀਆਂ 'ਚੋਂ ਕੰਮ ਕਰ ਰਿਹਾ, ਜੋ ਕਿ ਕਿਸੇ ਵੀ ਮਜ਼ਦੂਰ ਦਾ ਸਰਕਾਰ ਪ੍ਰਤੀ ਕੋਈ ਬੀਮਾ ਨਹੀਂ ਹੈ, ਕੋਈ ਸਰਕਾਰ ਵੱਲ ਤੋਂ ਇਹਨਾਂ ਨੂੰ ਕੋਈ ਮਹਿੰਗਾਈ ਪਤਾ ਨਹੀਂ ਮਿਲ ਰਿਹਾ। ਬੀਮਾ ਉਹ ਵੀ ਕਹਿ ਰਹੇ ਸੀ, ਬੀਮਾ ਇਹ ਵੀ ਕਹਿ ਰਹੇ। ਜਦ ਹੋ ਸਕਦਾ ਸਰਕਾਰ 'ਚ ਹੋ ਸਕਦਾ? ਨਹੀਂ, ਬਿਲਕੁਲ ਹੋ ਸਕਦਾ। ਤੁਸੀਂ ਆਪਣੇ ਲੇਬਰ ਕਾਰਡ ਬਣਾਓ ਨਾ। ਲੇਬਰ ਕਾਰਡ ਬਣਾਇਆ ਤੁਸੀਂ? ਸਰ ਅਸੀਂ ਮਾਰਕੀਟ ਕਮੇਟੀ ਦੀ ਲਾਇਸੈਂਸੀ ਵੀ ਹਾਂ ਸਰ ਬਣੀ। ਅੱਛਾ, ਕਿੰਨੇ ਮਜ਼ਦੂਰ? ਜਿਹੜੇ ਮਾਰਕੀਟ ਕਮੇਟੀ ਦੀ ਲਾਇਸੈਂਸੀ ਹੈ, ਹਾਂ, ਆ ਦੇਖੋ ਸਰ, ਅਸੀਂ ਸਰਕਾਰ ਨੂੰ ਹਰ ਸਾਲ ਵੱਧ ਤੋਂ ਫੀਸ ਵੀ ਭਰਾਉਂਦੇ, ਨਵਾਂ ਨਿਊ ਵੀ ਕਰਵਾਉਂਦੇ ਆ। ਇਹਦੇ ਸਾਡਾ ਫੰਡ ਵੀ ਸਰਕਾਰ ਦੇ ਕੋਲ ਜਮ੍ਹਾਂ ਹੋ ਰਿਹਾ, ਲੇਕਿਨ ਸਰਕਾਰ ਜਿਹੜੇ ਅਸੀਂ ਲਾਇਸੈਂਸੀ ਤੋਲੇ ਆ, ਸਾਡੇ ਵਾਸਤੇ ਵੀ ਕੁਝ ਨਹੀਂ ਹੈਗਾ ਸਰਕਾਰ ਦੇ। ਹੋ ਸਕਦਾ ਸਰਕਾਰ ਦੀ ਜੇਬ 'ਚ ਹੈ ਇੰਨਾ ਪੈਸਾ ਕਿ ਕਿਉਂ ਨਹੀਂ ਹੋ ਸਕਦਾ? ਕਿੰਨੀ ਦਿਹਾੜੀ ਕਿੰਨੀ ਹੁੰਦੀ ਇੱਥੇ? ਸਰ ਮੰਡੀਆਂ ਅੱਜ ਕੱਲ ਤਾਂ ਬਿਲਕੁਲ ਵਿਹਲੇ ਬੈਠੇ ਅਸੀਂ। ਤੁਹਾਨੂੰ ਪੈਸੇ ਕੌਣ ਦੇ ਰਿਹਾ ਵਾ ਔਰ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਕਿ ਸਾਨੂੰ ਦਿਹਾੜੀ ਨਹੀਂ ਮਿਲਦੀ ਜਾਂ ਕੁਝ? ਸਾਡੇ ਪੈਸੇ ਕੁਝ ਆੜਤੀ ਜ਼ਿਮੀਦਾਰ ਤੋਂ ਕੱਟਿਆ ਜਾਂਦਾ ਹੈ, ਕੁਝ ਖਰੀਦਦਾਰ ਤੋਂ, ਲੇਕਿਨ ਉਹ ਮਿਲਦੇ ਨੇ ਸਾਨੂੰ ਆੜਤੀ ਥਰੂ। ਤੁਸੀਂ ਹੁਣ ਚਾਹੁੰਦੇ ਕੀ ਹੋ? ਅਸੀਂ ਇਹ ਚਾਹੁੰਦੇ ਸਾਡੀ ਜੋ ਪੇਮੈਂਟ ਹੈ ਉਹ ਆੜਤੀ ਥਰੂ ਹੀ ਸਾਨੂੰ ਮਿਲਣੀ ਚਾਹੀਦੀ ਹੈ। ਤੁਸੀਂ ਕਹਿ ਰਹੇ ਹੋ ਕਿ ਆੜਤੀ ਤੁਹਾਨੂੰ ਪੈਸੇ ਦੇਣ, ਆੜਤੀ ਬਣੇ ਰਹਿਣ। ਇੱਕ ਆੜਤੀ ਦੁਕਾਨ ਤੇ 200 ਕਿਸਾਨ ਆ ਰਿਹਾ, ਅਸੀਂ 200 ਕਿਸਾਨ ਕੋਲ ਕਿੱਥੇ ਕੱਲੇ ਕੋਲ ਫਿਰਾਂਗੇ? ਅਸੀਂ ਆੜਤੀ ਦੇ ਕੋਲੇ ਰਹਿ ਰਹੇ ਹਾਂ 24 ਘੰਟੇ। ਆੜਤੀ ਪੈਸੇ ਦੇ ਦਿੰਦਾ ਟਾਈਮ ਸਰ। ਹਾਂ ਬਿਲਕੁਲ, ਆੜਤੀ ਔਰ ਕਿਸਾਨ ਔਰ ਮਜ਼ਦੂਰ ਇਹਨਾਂ ਦਾ 9 ਮਾਸ ਦਾ ਨਾਤਾ। ਵਿਧਾਇਕ ਸਾਹਿਬ ਇੱਥੇ ਆੜਤੀ ਹੈ ਨਹੀਂ? ਇੱਥੇ ਇਸ ਵੇਲੇ ਹੋਣਗੇ ਕਿਤੇ ਆੜਤੀ? ਉਹਨਾਂ ਨਾਲ ਵੀ ਗੱਲ ਕਰਕੇ ਪੁੱਛ ਲਓ। ਹਾਂਜੀ, ਆਪਾਂ ਅੱਗੇ ਚੱਲਦੇ ਆ। ਆੜਤੀ ਵੀ
ਫਿਰ ਪਰੇਸ਼ਾਨ ਹੁੰਦੇ ਹੋਣਗੇ ਕਿਉਂਕਿ ਸਰਕਾਰ ਦਾ ਆਪਣਾ ਤਰਕ ਹੈ। ਸਰਕਾਰ ਕਹਿ ਰਹੀ ਕਿ ਆੜਤੀ ਅਸੀਂ ਖਤਮ ਨਹੀਂ ਕਰ ਰਹੇ ਆੜਤੀ ਸਿਸਟਮ। ਇਹ ਬੈਠੇ ਆੜਤੀ ਨਹੀਂ ਦੇਖੋ, ਇਹ ਡਾਇਰੈਕਟ ਪੇਮੈਂਟ ਦੇ ਨਾਲ ਇੱਕ ਤਰ੍ਹਾਂ ਦਾ ਇਹ ਰਿਸ਼ਤਾ ਜਿਹੜਾ ਉਹ ਟੁੱਟਦਾ ਨਜ਼ਰ ਆ ਰਿਹਾ। ਹਾਂ। ਤੁਸੀਂ ਸਾਰੇ ਆੜਤੀ ਐਸੋਸੀਏਸ਼ਨ ਨਾਲ ਜੁੜੇ? ਵੀ ਹੈ, ਕਿਸਾਨ ਵੀ ਹੈ। ਅੱਛਾ, ਵਿਧਾਇਕ ਸਾਹਿਬ ਤੁਹਾਡੇ ਕੋਲ ਲੈ ਕੇ ਆਏ ਆ ਔਰ ਕਿਉਂਕਿ ਸਭ ਤੋਂ ਵੱਡੀ ਅਨਾਜ ਮੰਡੀ ਹੈ, ਤੇ ਇਹ ਦੱਸੋ ਕਿ ਜਿਹੜਾ ਕੇਂਦਰ ਸਰਕਾਰ ਨਵੇਂ ਕਾਨੂੰਨ ਲੈ ਕੇ ਆਈ ਹੈ ਔਰ ਐਫਸੀਆਈ ਦੇ ਜ਼ਰੀਏ ਕਿਹਾ ਜਾ ਰਿਹਾ ਕਿ ਸਿੱਧੇ ਖਾਤਿਆਂ 'ਚ ਪੈਸੇ ਆਣਗੇ, ਇੱਥੇ ਮੇਰੇ ਕੋਲ ਦਿਹਾੜੀਦਾਰ ਸੀਗੇ, ਉਹ ਕਹਿੰਦੇ ਕਿ ਨਹੀਂ ਆੜਤੀ ਪੈਸੇ ਦੇਣ। ਜਿਹੜੇ ਇਹ ਸੈਂਟਰ ਸਰਕਾਰ ਮੋਦੀ ਸਰਕਾਰ ਹਾਂ ਕਾਲੇ ਕਾਨੂੰਨ ਬਣਾ ਰਹੀ ਹੈ, ਤਿੰਨ ਹਾਂ ਜਿਹੜੇ ਬਣਾਤੇ ਉਹਨੇ ਹਾਂ ਲਾਗੂ ਕਰਨਾ ਚਾਹੁੰਦੀ ਹੈ, ਹਾਂ ਉਸ ਦੇ ਵਿੱਚ ਪੰਜਾਬ ਦਾ, ਹਰਿਆਣੇ ਦਾ, ਰਾਜਸਥਾਨ ਦਾ, ਯੂਪੀ ਦਾ, ਮੱਧ ਪ੍ਰਦੇਸ਼ ਦਾ, ਤਾਮਿਲਨਾਡੂ ਦਾ ਕਿਸਾਨ, ਆੜਤੀਆ, ਮਜ਼ਦੂਰ ਤੇ ਮਨੀਮ ਉਹਦਾ ਵਿਰੋਧ ਕਰਦਾ। ਇਸ ਕਰਕੇ ਵਿਰੋਧ ਕਰਦੇ ਆ ਵੀ ਸਾਡਾ ਜਿਹੜਾ ਰਿਸ਼ਤਾ ਹੈ ਕਿਸਾਨਾਂ ਦੇ ਨਾਲ, ਭਾਈਚਾਰਾ, ਸਾਡਾ 9 ਮਾਸ ਦਾ ਰਿਸ਼ਤਾ 100 ਸਾਲ ਤੋਂ ਚੱਲਿਆ ਆ ਰਿਹਾ ਹੈ। ਇਹ ਗੱਲ ਕਰਦੇ ਨੇ ਪੇਮੈਂਟ ਡਾਇਰੈਕਟ ਦੇਣ ਦੀ। ਅਸੀਂ ਪੁੱਛਣਾ ਚਾਹੁੰਦੇ ਆ ਮੋਦੀ ਸਰਕਾਰ ਤੋਂ, ਐਫਸੀਆਈ ਤੋਂ, ਵੀ ਕਿਸੇ ਕਿਸਾਨ ਨੇ ਤੁਹਾਨੂੰ ਕਿਹਾ ਵੀ ਸਾਨੂੰ ਪੇਮੈਂਟ ਸਿੱਧੀ ਚਾਹੀਦੀ ਹੈ? ਅਸੀਂ ਕਹਿੰਦੇ ਆ ਤੁਸੀਂ ਕਿਸਾਨਾਂ ਨੂੰ ਪੁੱਛ ਲਓ, ਜੇ ਉਹ ਪੇਮੈਂਟ ਸਿੱਧੀ ਚਾਹੁੰਦੇ ਸਿੱਧੀ ਦੇ ਦਿਓ, ਜੇ ਆਰਟੀ ਦੇ ਥਰੂ ਚਾਹੁੰਦੇ ਆਰਟੀ ਦੇ ਥਰੂ ਦੇ ਦਿਓ। ਕੇਂਦਰ ਕਹਿ ਰਹੀ ਕਿ ਅਸੀਂ ਆੜਤੀ ਸਿਸਟਮ ਖਤਮ ਨਹੀਂ ਕਰ ਰਹੇ, ਲੇਕਿਨ ਜ਼ਿਮੀਂਦਾਰਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਪਾ ਰਹੇ। ਖਤਮ ਹੀ ਹੋ ਗਏ ਜੀ ਆੜਤੀ, ਖਤਮ ਹੋ ਜਾਣਗੇ। ਜਦ ਤੋ ਤੁਹਾਡਾ ਕੀ ਕੰਮ ਕੀ ਹੁੰਦਾ ਵਾ ਕਿ ਤੁਸੀਂ ਫਸਲ ਜ਼ਿਮੀਂਦਾਰ ਇੱਥੇ ਲੈ ਕੇ ਜ਼ਿਮੀਦਾਰ ਆਏ? ਸਾਡੇ ਫਸਲ ਲੈ ਕੇ ਆਇਆ, ਸਾਡੀ ਲੇਬਰ ਨੇ ਇੱਕ ਮਿੰਟ, ਸਾਡੀ ਲੇਬਰ ਨੇ ਲਾਹੀ, ਹਾਂ ਪੱਖਾ ਲਾਇਆ, ਭਰਤੀ, ਟੋਟਲ ਸਾਰਾ ਕੁਝ ਡਿਸਪੈਚ ਤੱਕ ਸਾਰਾ ਕੁਝ ਲੋਡਿੰਗ ਅਨਲੋਡਿੰਗ ਅਸੀਂ ਕਰਦੇ। ਠੀਕ ਹੈ। ਕਿਸਾਨ ਤੋਂ ਪੈਸੇ ਨਹੀਂ, ਅਸੀਂ ਸਿਰਫ ਪਰਚੇਜ਼ਰ ਤੋਂ ਲੈਂਦੇ ਹਾਂ। ਜਿਹੜੀ ਸਾਡਾ ਕਮਿਸ਼ਨ ਹੈ ਉਹ ਖਰੀਦਦਾਰ ਵੱਲ ਕਿੰਨਾ ਕਮਿਸ਼ਨ ਹੁੰਦਾ ਹੈ? 2.5%। ਇਹ ਕੋਈ ਜ਼ਿਮੀਂਦਾਰ ਇਹ ਵੀ ਕਹਿ ਰਹੇ ਸੀ, ਕਹਿੰਦੇ ਕਿ ਅੱਧੀ ਰਾਤ ਨੂੰ ਪੈਸੇ ਲੈਣੇ ਹੁਣ ਅਸੀਂ ਬਿਲਕੁਲ ਦੇ ਜੀ, ਦੇ। ਦੇਖੋ ਕਿੰਨਾ ਵਿਆਜ, ਕਿੰਨਾ ਕਹਿੰਦੇ ਵਿਆਜ ਥੋੜਾ ਜ਼ਿਆਦਾ ਲੱਗ ਜਾਂਦਾ। ਸਾਡਾ ਕੋਈ ਬੈਂਕ ਦਾ ਵਿਆਜ ਜੀ ਰੁਪਈਆ ਸੈਂਕੜਾ ਹੈ, ਹਾਂ 10-11% ਹੈ, ਆੜਤੀਏ ਕੋਈ 12-13-15% ਹੈ। ਆੜਤੀ ਸਿਸਟਮ ਤੁਸੀਂ ਕਹਿ ਰਹੇ ਹੋ ਪੂਰਾ ਖਤਮ ਹੋ ਜਾਏਗਾ। ਦੇਖੋ ਜੀ, ਸਾਡੇ ਸੰਜੇ ਕੇ ਜੀ ਸਾਹਿਬ ਇੱਥੇ ਪ੍ਰਧਾਨ ਖੜੇ ਨੇ ਪਿੱਛੇ, ਹਾਂ। ਉਹ ਕਹਿੰਦੇ ਸਾਡਾ ਇੱਕ ਜ਼ਿਮੀਂਦਾਰ ਬਿਮਾਰ ਹੋ ਗਿਆ, ਮੈਂ ਰਾਤ ਨੂੰ 2 ਲੱਖ ਰੁਪਈਆ ਡਾਕਟਰ ਰਣਜੀਤ ਖੰਨੇ ਦੇ ਦਿੱਤੇ। ਹਾਂ ਦੱਸੋ ਬੈਂਕਾਂ ਕਦੋਂ ਪੈਸੇ ਦੇਣਗੀਆਂ? 4-4 ਦਿਨ ਛੁੱਟੀ ਚੱਲਦੀ ਆ ਬੈਂਕਾਂ 'ਚ, ਕਦੇ ਵਿਧਾਇਕ ਸਾਹਿਬ ਫਿਰ ਇਹ ਬੈਂਕਾਂ 'ਚ। ਕਿਵੇਂ ਹੋਏਗਾ ਕਿ ਮੁਨੀਮ ਉੱਥੇ ਬੈਠੇ ਹੈ, ਮਜ਼ਦੂਰ ਉੱਥੇ ਬੈਠੇ, ਕਿਸਾਨ ਉੱਥੇ ਬੈਠੇ, ਖਫਾ ਕਿਤੇ ਨਾ ਕਿਤੇ ਬੈਠੇ ਹੋਏ ਆ, ਨਾਰਾਜ਼ ਬੈਠੇ ਹੋਏ ਆ, ਹਤਾਸ਼ ਬੈਠੇ ਹੋਏ ਆ, ਤੇ ਕੀ ਕਰੋਗੇ ਤੁਸੀਂ? ਕੀ ਕਰ ਦੇਖੋ ਜੀ, ਸਕਦੇ? ਪੰਜਾਬ ਦਾ ਤਾਂ ਜਿਹੜਾ 80% ਇੱਕ ਮਿੰਟ ਜੀ 80% ਪੰਜਾਬ ਦੀ ਖੇਤੀ ਤੇ ਨਿਰਭਰ ਹੈ। ਜੇ ਜ਼ਿਮੀਂਦਾਰ ਕੋ ਚੰਗਾ ਪੈਸਾ ਉਹ ਬਾਜ਼ਾਰ 'ਚ ਜਾਊਗਾ, ਉਹ ਕੱਪੜਾ ਖਰੀਦੂ, ਜੁੱਤੀ ਲਊ, ਜੋ ਵੀ ਲੈਣਾ, ਨਹੀਂ ਤਾਂ ਟੋਟਲ ਹੀ ਇੱਥੇ ਲਾਸ ਹੋ ਜੂ, ਕ੍ਰੈਸ਼ ਹੋ ਜੂ ਸਾਰਾ ਕੁਝ। ਕੰਮ ਹੈਗਾ ਤਾਂ ਦੱਸ ਦਿਓ ਵਿਧਾਇਕ ਤੋਂ, ਕੰਮ ਕਰਵਾ ਲਓ ਜਿਹੜਾ ਕਰਵਾਉਣਾ, ਦੇਖੋ ਕੰਮ ਸਾਡੇ ਕਿਉਂਕਿ ਅਗਲੇ ਸਾਲ ਇਹਨਾਂ ਨੇ ਵੋਟਾਂ ਮੰਗਣ ਆਣੀਆਂ ਤੁਹਾਡੇ ਕੋਲ, ਸਰਕਾਰ ਹੱਥ ਜੋੜ ਕੇ ਜਿਹੜੀਆਂ ਆਣਾ। ਕਾਂਗਰਸ ਦੀ ਪੰਜਾਬ ਦੇ ਵਿੱਚ ਕੰਮ ਪੂਰੇ ਹੋ ਰਹੇ ਨੇ, ਸਾਡੀ ਮੰਡੀ ਦੀ ਡਿਵੈਲਪਮੈਂਟ ਹੋ ਰਹੀਆਂ ਨੇ, ਮੰਡੀਆਂ ਐਕਸਪੈਂਡ ਹੋ ਰਹੀਆਂ ਨੇ, ਸਫਾਈ ਸਫਾਈ ਹੁੰਦੀ ਹੈ ਪੂਰੀ ਪੂਰੀ। ਹੋ ਰਹੀ ਹੈ, ਸਫਾਈ ਵੀ ਹੋ ਰਹੀ ਹੈ, ਨਵੀਂ ਮੰਡੀ ਵੀ ਬਣ ਰਹੀ ਹੈ। ਤਾਂ ਖੰਨੇ 'ਚ ਅਸੀਂ ਘੁੰਮ ਰਹੇ ਹਾਂ ਔਰ ਖਾਸ ਤੌਰ ਤੇ ਕਿਉਂਕਿ ਸਭ ਤੋਂ ਵੱਡੀ ਏਸ਼ੀਆ ਦੀ ਅਨਾਜ ਮੰਡੀ ਹੈ, ਤਾਂ ਇੱਥੇ ਜ਼ਿਮੀਂਦਾਰਾਂ ਨੂੰ ਕੀ ਦਿੱਕਤ ਹੈ, ਨਾਲ ਹੀ ਨਾਲ ਆੜਤੀ ਸਿਸਟਮ ਨੂੰ ਕੀ ਦਿੱਕਤ ਹੈ, ਮਜ਼ਦੂਰਾਂ ਨੂੰ ਕੀ ਦਿੱਕਤ ਹੈ, ਉਹ ਅਸੀਂ ਗੇੜੀ ਰੂਟ ਤੇ ਜਿਹੜਾ ਵਾ ਸਾਰੀਆਂ ਜਾਣਨ ਦੀ ਕੋਸ਼ਿਸ਼ ਕੀਤੀ ਔਰ ਵਿਧਾਇਕ ਸਾਹਿਬ ਨਾਲ ਅੱਗੇ ਚੱਲਾਂਗੇ। ਵਿਧਾਇਕ ਸਾਹਿਬ ਅੱਗੇ ਖੰਨੇ ਦੇ ਵਿੱਚ ਹੋਰ ਮਾਰਦੇ ਹਾਂ ਕਿਸਾਨਾਂ ਨਾਲ ਗੱਲ ਕਰ ਲਓ। ਅੱਛਾ, ਤੁਸੀਂ ਦੱਸੋ ਕਿ ਤੁਹਾਨੂੰ ਕਿਹੜੀਆਂ ਦਿੱਕਤਾਂ ਆ ਰਹੀਆਂ ਨੇ, ਕਿਉਂਕਿ ਕਹਿੰਦੇ ਕਿ ਜਿਹੜੇ ਆੜਤੀ ਤੁਹਾਡੇ ਸਾਹਮਣੇ ਖੜੇ ਵਿਆਜ ਜ਼ਿਆਦਾ ਲੈਂਦੇ ਨੇ, ਜਾਂ ਕਹਿੰਦੇ ਕਿ ਸਰਕਾਰ ਕਹਿ ਰਹੀ ਕਿ ਸਿੱਧੇ ਖਾਤਿਆਂ 'ਚ ਪੈਸੇ ਪਾ ਦਾਂਗੇ। ਨਹੀਂ, ਸਿੱਧੇ ਖਾਤਿਆਂ ਦਾ ਪੈਸੇ ਪੈ ਜਾਣਗੇ, ਬਟ ਜੇ ਸਾਨੂੰ ਰਾਤ ਨੂੰ ਜ਼ਰੂਰਤ ਹੁੰਦੀ ਆ, 12 ਵਜੇ ਸਾਨੂੰ ਕੋਈ ਪ੍ਰੋਬਲਮ ਆਉਂਦੀ ਆ, ਹਾਂ ਦੁੱਖ ਤਕਲੀਫ ਹਰੇ ਦੀ ਬਣੀ ਹੋਈ ਆ, ਅਸੀਂ ਇਹਦਾ ਦਰਵਾਜ਼ਾ ਖੜਕਾਉਂਦੇ ਆ, ਫੋਨ ਕਰਦੇ ਆ, ਸਾਨੂੰ ਇੱਕ ਫੋਨ ਕਾਲ ਤੇ ਜਿੰਨੇ ਵੀ ਅਸੀਂ ਪੈਸੇ ਨੂੰ ਜ਼ਰੂਰਤ ਆ ਅਸੀਂ ਆਪਣੇ ਲੈ ਲੈਂਦੇ ਆ। ਜਾਂ ਰੇਟ ਇੱਕ ਹੋ ਗਿਆ, ਖੰਨੇ ਇਹ ਸੈਂਟਰ ਸਰਕਾਰ ਕਰ 'ਚ ਸਕਦੀ। ਕਿਸਾਨਾਂ ਨੂੰ ਕੀ ਦਿੱਕਤਾਂ ਨੇ, ਜ਼ਿਮੀਂਦਾਰਾਂ ਨੂੰ ਕੀ ਦਿੱਕਤਾਂ ਨੇ, ਆੜਤੀਆਂ ਨੂੰ ਕੀ ਦਿੱਕਤਾਂ ਨੇ, ਇੱਥੇ ਜਿਹੜੇ ਦਿਹਾੜੀ ਕਰਦੇ ਨੇ ਉਹ ਨਵੇਂ ਸਿਸਟਮ ਨੂੰ ਕੀ ਸੋਚ ਰਹੇ ਨੇ, ਉਹ ਸਾਰਾ ਤੁਹਾਨੂੰ ਰੂਬਰੂ ਕਰਵਾਇਆ ਹੋਇਆ ਔਰ ਵਿਧਾਇਕ ਸਾਹਿਬ ਨਾਲ ਗੇੜੀ ਮਾਰ ਰਹੇ ਹਾਂ, ਅੱਗੇ ਵੀ ਗੇੜੀ ਮਾਰਾਂਗੇ ਔਰ ਖੰਨੇ ਦੇ ਹੋਰ ਇਲਾਕਿਆਂ 'ਚ ਵੀ ਚੱਲਦੇ ਹਾਂ ਕਿ ਉੱਥੇ ਹਾਲਾਤ ਕਿਹੋ ਜਿਹੇ। ਵਿਧਾਇਕ ਸਾਹਿਬ ਇੱਥੇ ਖੰਨੇ ਅਸੀਂ ਦੇਖਿਆ ਕਿ ਕਿਸਾਨ ਵੀ ਪਰੇਸ਼ਾਨ ਹੈ, ਲੇਬਰ ਵੀ ਪਰੇਸ਼ਾਨ ਹੈ, ਆੜਤੀ ਵੀ ਪਰੇਸ਼ਾਨ ਹੈ, ਹੋਰ ਥਾਵਾਂ ਤੇ ਵੀ ਦੇਖਦੇ ਆ। ਗੇੜੀ ਮਾਰਨ ਨੂੰ ਤੁਸੀਂ ਤਿਆਰ ਹੋ? ਹੋਰ ਹਲਕੇ 'ਚ ਚੱਲੀਏ? ਬਿਲਕੁਲ, ਆਓ ਤੁਹਾਨੂੰ ਲੈ ਕੇ ਚੱਲਦੇ ਆ ਪਿੰਡਾਂ ਦੇ ਵਿੱਚ, ਉੱਥੇ ਦੇਖੋ ਜਾ ਕੇ ਕਿੰਨੀ ਡਿਵੈਲਪਮੈਂਟ ਹੋ ਰਹੀ ਹੈ।
ਅਕਾਲੀ ਹਮੇਸ਼ਾ ਕਹਿੰਦੇ ਕਿ ਸਿਰਫ ਪੈਚ ਵਰਕ ਕੀਤਾ, ਸੜਕਾਂ ਸੁੜਕਾਂ ਕੋਈ ਨਹੀਂ ਬਣਾਈਆਂ ਤੁਸੀਂ। ਔਰ ਚੰਨੀ ਹੋਰਾਂ ਨੇ ਵੀ ਇੱਕ ਵਾਰੀ ਵਿਧਾਨ ਸਭਾ 'ਚ ਕਹਿ ਦਿੱਤਾ ਸੀਗਾ ਕਿ ਅਸੀਂ ਪੈਚ ਦੇਖੋ ਲਾਏ ਨੇ। ਦਿਹਾਤੀ ਖੇਤਰਾਂ 'ਚ ਜੋ ਇਸ ਵਾਰ ਅਸੀਂ ਕੰਮ ਕੀਤਾ ਸਾਡੀ ਸਰਕਾਰ ਨੇ, ਹਾਂ ਉਹ ਇੱਕ ਬਹੁਤ ਵੱਡਾ ਲਾਭ ਮਿਸਾਲ ਕੰਮ ਹੈ। ਆਹ ਸੜਕ ਜਿਹਦੇ ਤੇ ਆਪਾਂ ਜਾ ਰਹੇ ਹਾਂ, ਇਹ ਪਿਛਲੇ ਕਾਲੀ ਭਾਜਪਾ ਸਰਕਾਰ ਦੇ ਸਮੇਂ 10 ਸਾਲ 'ਚ ਇਹ ਬਿਲਕੁਲ ਟੁੱਟੀ ਭੱਜੀ ਪਈ ਸੀਗੀ ਔਰ ਅਸੀਂ ਇਹਦਾ ਦੁਬਾਰਾ ਜਿਹੜਾ ਵਾ ਉਹ ਬਰਾਮਦ ਕੀਤੀ ਆ। ਆਹ ਸ਼ੀਸ਼ੇ ਦੇਖੋ ਸਾਡੇ ਹਰ ਮੋੜ ਦੇ ਉੱਤੇ ਲਾਏ ਨੇ, ਹਰ ਸਹੂਲਤ ਦੇ ਇੱਕ ਨਾਲ ਜਦੋਂ ਉਹ ਵੀ ਪ੍ਰਬੰਧ ਕੀਤਾ। ਸਰਕਾਰ ਇਹ ਕਹਿੰਦੀ ਕਿ ਅਸੀਂ ਘਰ ਘਰ ਨੌਕਰੀ ਦੇਤੀ, ਤਾਂ ਅਕਾਲੀ ਦਲ ਤੁਹਾਡੇ ਤੇ ਹਮੇਸ਼ਾ ਇਲਜ਼ਾਮ ਲਾਉਂਦਾ ਹੈ ਕਿ ਬੇਅੰਤ ਸਿੰਘ ਦੇ ਪਰਿਵਾਰ ਨੂੰ ਹੀ ਨੌਕਰੀ ਦਿੱਤੀ, ਡੀਐਸਪੀ ਲਾ ਦਿੱਤਾ, ਐਮਐਲਏ ਲਾਤਾ, ਐਮਪੀ ਲਾਤਾ, ਸਾਰਾ ਬੇਅੰਤ ਸਿੰਘ ਦੇ ਪਰਿਵਾਰ ਜਿਹੜੇ ਸਾਬਕਾ ਮੁੱਖ ਮੰਤਰੀ ਸੀ, ਤੁਹਾਡੇ ਦਾਦਾ ਜੀ ਸੀਗੇ, ਉਹਨਾਂ ਦੇ ਪਰਿਵਾਰ ਨੂੰ ਹੀ ਸਾਰਾ ਕੁਝ ਦੇ ਦਿੱਤਾ ਹੈ। ਇਹ ਅਕਾਲੀ ਦਲ ਹਮੇਸ਼ਾ ਇਲਜ਼ਾਮ ਲਾਉਂਦਾ ਹੈ। ਦੇਖੋ ਇਹ ਲੋਕ ਸੇਵਾ ਜਿਹੜੀ ਆ ਸਾਨੂੰ ਲੋਕਾਂ ਨੇ ਦਿੱਤੀ ਆ। ਅਸੀਂ ਚੋਣਾਂ ਲੜਦੇ ਆ ਔਰ ਲੋਕ ਸਾਡਾ ਸਾਥ ਦਿੰਦੇ ਨੇ, ਬੜਾ ਮਾਣ ਸਤਿਕਾਰ ਮਿਲਦਾ ਲੋਕਾਂ ਵੱਲੋਂ। ਇਹ ਲੋਕ ਫਤਵਾ, ਐਮਐਲਏ ਬਣਨਾ, ਐਮਪੀ ਬਣਨਾ, ਇਹ ਲੋਕ ਕਚਹਿਰੀ ਹੈ, ਲੋਕ ਰਾਜ ਦੇ ਅੰਦਰ ਲੋਕ ਸਰਟੀਫਿਕੇਟ ਦਿੰਦੇ ਨੇ, ਤੇ ਇਹ ਕਹਿਣਾ ਬਿਲਕੁਲ ਗਲਤ ਹੈ। ਤੇ ਪਿੰਡ ਦੇ ਲੋਕਾਂ ਨਾਲ ਵੀ ਗੱਲ ਕਰ ਲੈਂਦੇ ਹਾਂ, ਜ਼ਰੂਰ। ਸਤਿ ਸ਼੍ਰੀ ਅਕਾਲ ਜੀ। ਠੀਕ ਆ। ਵਿਧਾਇਕ ਸਾਹਿਬ ਮਿਲਦੇ ਵੀ ਹੈ, ਕੰਮ ਕੁਮ ਕਰਦੇ, ਬਹੁਤ ਕੰਮ ਕਰਦੇ ਨੇ। ਇਹ ਮੂੰਹ ਤੇ ਨਹੀਂ ਕਹਿ ਰਹੇ? ਨਹੀਂ ਮੂੰਹ ਤੇ ਕਈ ਵਾਰੀ ਕਹਿੰਦੇ ਹੈਂ? ਅਸੀਂ ਤਾਂ ਇਹਨਾਂ ਦਾਦੇ ਦੇ ਮੌਕੇ ਤੇ ਜਿਹੜੀ ਪਾਰਟੀ ਨਾਲ ਜੁੜੇ ਹੋਏ ਜੀ, ਅੱਛਾ, ਬੇਅੰਤ ਸਿੰਘ ਜੀ ਦੇ ਟਾਈਮ ਤੋਂ ਜੁੜੇ ਹੋਏ। ਉਹਨੇ ਫਿਰ ਰੋਡ ਵਿੱਚ ਭਰਤੀ ਕਰਾਇਆ ਜੀ ਉਹਨਾਂ ਦਾ। ਅੱਛਾ, ਹਾਂਜੀ। ਤੇ ਜਿਹੜੇ ਨਵੇਂ ਕਾਨੂੰਨ ਆਏ, 3 ਕਾਨੂੰਨ ਆਏ ਹੈ, ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਹੈ ਕਿ ਕੋਈ ਹੋਰ ਰਾਹ ਵੀ ਹੈਗਾ? ਕਿਉਂਕਿ ਸਰਕਾਰ ਕਹਿ ਰਹੀ ਕਿ ਕਾਨੂੰਨ ਰੱਦ ਨਹੀਂ ਕਰਨੇ, ਹਾਂਜੀ। ਜ਼ਿਮੀਂਦਾਰ ਭਾਈਚਾਰਾ ਕਹਿ ਰਿਹਾ ਕਿ ਕਾਨੂੰਨ ਰੱਦ ਤੋਂ ਇਲਾਵਾ ਦਿੱਲੀ ਤੋਂ ਮੁੜਨਾ ਨਹੀਂ। ਵਿਚਲਾ ਕੋਈ ਰਾਹ ਨਜ਼ਰ ਆਉਂਦਾ ਕਿ ਇਹ ਰਾਹ ਦੇ ਜ਼ਰੀਏ ਮਸਲੇ ਦਾ ਹੱਲ ਹੋ ਤਾਂ ਸਕਦਾ? ਇਹੀ ਰਾਹ ਹੈ, ਇਹਨੂੰ ਰੱਦ ਕਰਾਉਣ ਦਾ, ਹੋਰ ਕੋਈ ਰਸਤਾ ਨਹੀਂ ਹੈਗਾ। ਇੱਧਰ ਆਓ, ਦੱਸੋ। ਅਸੀਂ ਜਿਵੇਂ ਉਹਨਾਂ ਠੇਕੇ ਦੇ 2.5 ਕਿੱਲੇ ਵਾਲੇ ਹਾਂ। ਤੁਸੀਂ 2 ਕਿੱਲੇ ਵਾਲੇ ਹੋ? ਅੱਛਾ। ਪਹਿਲੀ ਗੱਲ ਸਾਡਾ ਕਰਜ਼ਾ ਨਹੀਂ ਮਾਫ ਹੋਇਆ, ਜਿਹੜੇ ਪਹਿਲਾਂ ਰੌਲਾ ਪਿਆ ਸੀ ਕਰਜ਼ੇ ਕੁਰਜ਼ੇ। ਕਰਜ਼ਾ ਵਿਧਾਇਕ ਸਾਹਿਬ ਦੱਸ ਦਿਓ, ਕਰਜ਼ਾ ਮਾਫ ਨਹੀਂ ਹੋਇਆ। ਇਹ ਕਹਿ ਰਹੇ ਕਰਜ਼ਾ ਮਾਫ ਨਹੀਂ ਹੋਇਆ। ਦੇਖੋ ਸਾਡੀ ਕੋਸ਼ਿਸ਼ ਰਹੀ ਹੈ, ਬਹੁਤ ਸਾਰੇ ਜਿਹੜੇ ਇੱਥੇ ਲੋਕ ਕਿਸਾਨ ਹਾਜ਼ਰ ਹੋਣਗੇ ਜਿਨ੍ਹਾਂ ਦੇ ਕਰਜ਼ੇ ਮਾਫ ਹੋਏ ਨੇ। ਕਰਜ਼ਾ ਹੋਇਆ ਕਿਸੇ ਦਾ? ਮਾਫ ਹੋਇਆ ਕਿਸੇ ਦਾ ਕਰਜ਼ਾ? ਸਾਰਿਆਂ ਦੇ ਕਰਜ਼ੇ ਮਾਫ ਹੋਏ ਨੇ ਸਰ। ਹਾਂ, ਸੁਸਾਇਟੀਆਂ ਦੇ। ਤੁਹਾਡਾ ਕਰਜ਼ਾ ਮਾਫ ਹੋਇਆ? ਲੈ ਹੀ ਨਹੀਂ। ਅੱਛਾ, ਤੁਹਾਡਾ ਹੋਇਆ ਮਾਫ? ਤੁਹਾਡਾ ਕਰਜ਼ਾ ਮਾਫ ਹੋਇਆ? ਜਿਹੜੀ ਗੱਲ ਸੀ ਸਾਡਾ ਹੋਇਆ ਕਾਨੂੰਨ ਨਾਲ ਹੀ ਹੋਇਆ, ਸਾਡਾ ਕਾਨੂੰਨ ਨਹੀਂ ਹੋਇਆ। ਸੋ ਦੇਖੋ ਇਹ ਕਿਉਂ ਉਦੋਂ ਦੇ 2017 ਦੇ ਮੈਨੀਫੈਸਟੋ ਸੀਗਾ ਕਿ ਸਾਰਾ ਕਰਜ਼ਾ ਮਾਫ ਕਰ ਦਾਂਗੇ। ਨਹੀਂ, ਸਾਰਾ ਨਹੀਂ, ਸੁਸਾਇਟੀਆਂ ਦਾ ਕਰਜ਼ਾ ਮਾਫ ਕੀਤਾ ਸਰਕਾਰ ਨੇ। ਚੰਗੇ ਬੰਦਿਆਂ ਦਾ ਹੋ ਗਿਆ, ਜਿਹੜੇ ਗਰੀਬ ਰਹਿ ਗਏ ਇਹਨਾਂ ਤੁਹਾਨੂੰ ਮੈਂ ਹੁਣ ਦੱਸਦਾ ਸਾਰੀ ਗੱਲ ਮੇਰੇ ਤੇ ਹਾਂ, ਵਿਧਾਇਕ ਸਾਹਿਬ ਵਿਧਾਇਕ ਸਾਹਿਬ ਦੱਸ ਦਿਓ ਕਿ ਕਹਿੰਦੇ ਕਰਜ਼ਾ ਮਾਫ ਨਹੀਂ ਹੋਇਆ, ਉਹ ਕਹਿੰਦੇ ਕਰਜ਼ਾ ਮਾਫ ਨਹੀਂ ਹੋਇਆ। ਕਿੱਦਾਂ ਕਹਿੰਦਾ? ਚੰਗੇ ਦਾ ਹੋ ਗਿਆ। ਚੰਗੇ ਤੁਹਾਡਾ ਹੋ ਗਿਆ ਮਾਫ 30 ਏਕੜ ਵਾਲਿਆਂ ਦਾ? ਹੈ ਤੁਹਾਡਾ ਵੀ ਨਹੀਂ ਹੋਇਆ? 2 ਏਕੜ ਵਾਲਿਆਂ ਦਾ ਹੋ ਗਿਆ। ਜੀ 10 ਕਿੱਲੇ ਨੇ ਇਹਦੇ ਕੋਲ, ਇਹਦੇ ਦਾ ਕਰਦੇ ਕੋਲ 4 ਕਿੱਲੇ ਲੈਣਾ ਤਾਂ ਕਿਸੇ ਦੀ ਨਾਮ ਦੀ ਮਿਸਟੇਕ ਆ ਜਾਂ ਕਿਸੇ ਦੀ ਕੋਈ ਫਰਦ ਦੇ ਵਿੱਚ ਕੋਈ ਗੜਬੜ ਉਹਨਾਂ ਦਾ ਰਿਹਾ ਜੀ। ਅੱਛਾ, ਕੋਈ ਇਹੋ ਜੀ ਗੱਲ ਨਹੀਂ ਵੀ ਕਿਸੇ ਦਾ ਮਾਫ ਨਹੀਂ ਹੋਇਆ। ਵਿਧਾਇਕ ਸਾਹਿਬ ਨਾਰਾਜ਼ਗੀ ਤੇ ਹੈ ਥੋੜੀ ਬਹੁਤ। 22 ਚ ਅਗਰ ਤੁਹਾਡੀ ਸਰਕਾਰ ਬਣਦੀ ਹੈ, ਤੁਸੀਂ ਦਾਅਵਾ ਕਰਦੇ ਹੋ ਕਿ ਇਸ ਵਾਰ 22 ਚ ਇਸ ਵਾਰੀ ਪੈਸੇ ਘੱਟ ਸੀਗੇ, ਅਸੀਂ ਥੋੜਾ ਕੀਤਾ। 22 ਚ ਅਗਰ ਪੈਸੇ ਜ਼ਿਆਦਾ ਹੋਏ ਤਾਂ ਸਾਰਾ ਕਰ ਸਕਾਂਗੇ, ਜਾਂ ਉਦੋਂ ਵੀ ਥੋੜਾ ਥੋੜਾ ਕਰੋਗੇ? ਦੇਖੋ ਪੰਜਾਬ ਇੱਕ ਵਾਹਦ ਸੂਬਾ ਪੂਰੇ ਦੇਸ਼ ਦੇ ਵਿੱਚ ਜਿਹਨੇ ਕਿਸਾਨੀ ਕਰਜ਼ੇ ਨੂੰ ਮਾਫ ਕਰਨ ਦੀ ਹਿੰਮਤ ਕੀਤੀ ਹੈ। ਹਾਂ। ਔਰ ਜਦੋਂ ਸਾਡੀ ਹੁਣ ਦੁਬਾਰਾ ਸਰਕਾਰ ਆਊਗੀ, ਲੋਕਾਂ ਨੇ ਚੁਣਨੀ ਹੁੰਦੀ ਹੈ ਸਰਕਾਰ, ਅਗਰ ਲੋਕ ਸਾਨੂੰ ਦੁਬਾਰਾ ਫਤਵਾ ਦੇਣਗੇ ਤਾਂ ਸਾਡੀ ਫੇਰ ਕੋਸ਼ਿਸ਼ ਹੋਊਗੀ ਕਿ ਵੱਧ ਤੋਂ ਵੱਧ ਅਸੀਂ ਕਿਸਾਨਾਂ ਦੀ ਬਾਹ ਫੜੀਏ। ਤਾਂ ਅਸੀਂ ਪਿੰਡਾਂ 'ਚ ਰੈਂਡਮਲੀ ਪਹੁੰਚੇ ਹਾਂ ਔਰ ਇੱਥੇ ਕੁਝ ਲੋਕ ਸੀਗੇ, ਉਹਨਾਂ ਨਾਲ ਗੱਲਬਾਤ ਵੀ ਕੀਤੀ ਵਿਧਾਇਕਾਂ ਨੂੰ ਲੈ ਕੇ। ਜਿਸ ਤਰੀਕੇ ਨਾਲ ਸਰਕਾਰ ਦਾਅਵਾ ਕਰਦੀ ਸੀ ਕਿ ਪੂਰਾ ਕਰਜ਼ ਮਾਫ ਕਰਾਂਗੇ, ਪੂਰਾ ਕਰਜ਼ ਤਾਂ ਨਹੀਂ ਮਾਫ ਹੋਇਆ। ਪਿੰਡ ਕਹਿੰਦੇ ਹੈ ਕਿ ਕੁਝ ਪੈਸੇ ਪਹੁੰਚੇ ਨੇ, ਕੋਈ ਜ਼ਿਮੀਂਦਾਰ ਖੁਸ਼ ਨੇ, ਕੋਈ ਜ਼ਿਮੀਂਦਾਰ ਨਾਰਾਜ਼ ਨੇ। ਅੱਗੇ ਵੀ ਚੱਲਾਂਗੇ, ਅੱਗੇ ਵੀ ਜਾਣਾਂਗੇ ਕਿ ਅੱਗੇ ਕਿਸ ਤਰੀਕੇ ਦੇ ਹਾਲਾਤ ਜਿਹੜੇ ਨੇ ਬਾਕੀ ਥਾਵਾਂ ਤੇ ਖੰਨੇ 'ਚ ਨੇ। ਪੰਚਾਇਤ ਘਰ ਦਿਖਾਉਂਦੇ ਆ ਜਿਹੜਾ ਸਾਡਾ ਪੰਚਾਇਤ ਘਰ ਬਣ ਰਿਹਾ, ਜਿਹਦੇ 'ਚ ਪੂਰੇ ਸਰਪੰਚ ਦਾ ਦਫ਼ਤਰ ਹੋਏਗਾ ਔਰ ਵੱਡਾ ਹਾਲ ਹੈ, ਮੀਟਿੰਗ ਹਾਲ। ਇੱਥੇ ਆਮ ਲੋਕ ਜਿਹੜੇ ਨੇ ਆਪਣਾ ਕੋਈ ਛੋਟਾ ਮੋਟਾ ਫੰਕਸ਼ਨ ਵੀ ਕਰ ਸਕਦੇ ਨੇ। ਔਰ ਆ ਜਿਹੜਾ ਪਾਰਕ ਆ, ਆਮ ਲੋਕਾਂ ਦੇ ਬੈਠਣ ਨੂੰ, ਇੱਥੇ ਹਰ ਵਰਗ ਦੇ ਲੋਕ ਇੱਥੇ ਬੈਠ ਕੇ ਗੱਪਸ਼ਪ ਮਾਰ ਸਕਣਗੇ, ਉਹਨਾਂ ਲਈ ਤਿਆਰ ਕੀਤਾ। ਤਾਂ ਲਗਾਤਾਰ ਵਿਧਾਇਕ ਸਾਹਿਬ ਨਾਲ ਗੇੜੀ ਮਾਰ ਰਹੇ ਹਾਂ। ਔਰ ਵਿਧਾਇਕ ਸਾਹਿਬ ਇਹ ਦੱਸੋ ਕਿ ਅੱਜ ਹੀ ਮੇਰੇ ਨਾਲ ਬੁਲਟ ਤੇ ਬੈਠੇ ਹੋ ਜਾਂ ਵਿਧਾਇਕ ਬਣਨ ਤੋਂ ਬਾਅਦ ਕਦੀ ਬੁਲਟ ਤੇ ਬੈਠੇ ਸੀ? ਕਿਉਂਕਿ ਤੁਹਾਨੂੰ ਤਾਂ ਗੱਡੀ ਦਾ ਸ਼ੌਂਕ ਹੈ। ਨਹੀਂ, ਮੋਟਰਸਾਈਕਲ ਦਾ ਬੜਾ ਸ਼ੌਂਕ ਰਿਹਾ। ਜਦੋਂ ਕਾਲਜ ਦੇ ਵਿੱਚ ਪੜ੍ਹਦੇ ਸੀ ਉਦੋਂ ਮੈਂ ਵੀ ਬੁਲਟ ਹੀ ਚਲਾਉਂਦਾ ਸੀਗਾ। ਤੇ ਹੁਣ ਕਾਫੀ ਸਮੇਂ ਤੋਂ ਬਾਅਦ ਬੈਠਣ ਦਾ ਮੌਕਾ ਲੱਗਿਆ। ਮੈਂ ਨਿਊਜ਼ 18 ਦਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਅੱਜ ਮੋਟਰਸਾਈਕਲ ਤੇ ਹਲਕੇ ਦੀ ਗੇੜੀ ਲਵਾਈ ਹੈ। ਤੇ ਬਚਪਨ ਵੀ ਯਾਦ ਆਇਆ
ਹਾਂ। ਔਰ ਇਹਦੇ ਨਾਲ ਅੱਛਾ ਵੀ ਲੱਗਿਆ। ਤਾਂ ਵਿਧਾਇਕ ਸਾਹਿਬ ਇਹ ਪਿੰਡਾਂ 'ਚ ਹੀ ਇਦਾਂ ਸਟੇਡੀਅਮ ਬਣਾਏ ਆ ਜਾਂ ਸ਼ਹਿਰ 'ਚ ਵੀ ਬਣਾਏ? ਕਿਉਂਕਿ ਖੰਨੇ ਦੇ ਸ਼ਹਿਰ ਦੇ ਲੋਕ ਤਾਂ ਕਹਿ ਰਹੇ ਕਿ ਸਟੇਡੀਅਮ ਨਹੀਂ ਬਣੇ। ਦੇਖੋ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਇਸ ਤਰ੍ਹਾਂ ਦੇ ਸਪੋਰਟਸ ਪਾਰਕ ਬਣਾਏ ਨੇ। ਹਾਂ। ਤਕਰੀਬਨ 20 ਕੁ ਪਾਰਕਾਂ ਦੇ ਕੰਮ ਚੱਲ ਰਿਹਾ ਔਰ ਜਿਵੇਂ ਜਿਵੇਂ ਸਾਨੂੰ ਫੰਡਸ ਉਪਲਬਧ ਹੁੰਦੇ ਨੇ ਉਸੇ ਤਰੀਕੇ ਨਾਲ ਇਹ ਸਪੋਰਟਸ ਪਾਰਕ ਬਣਦੇ ਨੇ। ਤੁਸੀਂ ਲਾਉਂਦੇ ਹੋ ਗੇਮ? ਤੁਸੀਂ ਕੀ ਖੇਡਦੇ ਹੋ? ਬਿਲਕੁਲ ਮੈਂ ਵੀ ਖੇਡ ਲੈਂਦਾ। ਕੀ ਆਪਣੇ ਸਮੇਂ 'ਚ ਖਿਡਾਰੀ ਰਹੇ ਆ। ਕੀ ਕਬੱਡੀ ਖੇਡਦੇ ਸੀ, ਵਾਲੀਬਾਲ ਖੇਡੀ ਆ ਤੇ ਕ੍ਰਿਕਟ ਵੀ ਖੇਡੀ ਆ ਤੇ ਫੁੱਟਬਾਲ ਦੇ ਵੀ ਖਿਡਾਰੀ ਰਹੇ ਆ। ਹਾਂ, ਮੈਨੂੰ ਲੱਗਦਾ ਕਿ ਅਗਰ ਨਸ਼ੇ ਨੂੰ ਵੀ ਰੋਕਣਾ ਹੈ ਤਾਂ ਅਗਰ ਖਿਡਾਰੀ ਮੁੰਡੇ ਨੌਜਵਾਨ ਅਗਰ ਇਦਾਂ ਖੇਡਣਗੇ ਤਾਂ ਉਸ ਦਾ ਫਾਇਦਾ ਹੋਏਗਾ। ਬਹੁਤ ਫਾਇਦਾ ਜੀ। ਇਹਦੇ 'ਚ ਤੁਸੀਂ ਦੇਖੋਗੇ ਸ਼ਾਮ ਨੂੰ ਕਿਤੇ ਆ ਕੇ ਹਾਂ ਤਾਂ ਇੱਥੇ ਤਕਰੀਬਨ 150-200 ਮੁੰਡਾ ਸਪੋਰਟਸ ਦੇ ਵਿੱਚ ਇੱਥੇ ਹਿੱਸਾ ਲੈ ਰਿਹਾ ਹੁੰਦਾ। ਤੁਸੀਂ ਆਪ ਖੇਡਦੇ ਹੋਣਗੇ? ਤੁਸੀਂ ਛੱਡਦਾ ਖੇਡਣਾ? ਨਹੀਂ ਹੁਣ ਤਾਂ ਨਹੀਂ ਕੋਈ ਇਸ ਤਰ੍ਹਾਂ ਕੋਈ ਗੇਮ ਤਾਂ ਨਹੀਂ ਰੱਖੀ। ਰਨਿੰਗ ਕਰ ਲਈਦੀ ਆ, ਜੋਗਿੰਗ ਕਰ ਲਈਦੀ ਆ। ਤੁਸੀਂ ਠੀਕ ਠਾਕ ਖੇਡ ਲੈਂਦੇ ਹੋ? ਨਹੀਂ ਬਹੁਤ